ਤਰੀਕ ਨੂੰ ਪਹਿਲਾਂ ਗੋਲੀ ਚੱਲੀ ਹੈ ਜੀ 3 ਘੰਟੇ ਲਗਾਤਾਰ। ਤੇ ਉਸ ਦਿਨ ਅਸੀਂ ਸਾਰਾ ਪਰਿਵਾਰ ਸੀ ਤੇ ਇਹਨਾਂ ਨੇ ਵਾਹਵਾ ਪੌਣਾ ਘੰਟਾ ਸਾਨੂੰ ਦਿੱਤਾ, ਗੱਲਾਂ ਬਾਤਾਂ ਸਾਰੇ ਪਰਿਵਾਰ ਨਾਲ ਕਰਦੇ ਰਹੇ ਤੇ ਕਹਿੰਦੇ ਵੀ ਤੁਸੀਂ ਜਾਓ ਸਾਰੇ ਇੱਥੋਂ, ਹੁਣ ਚਲੇ ਜਾਓ। ਜਦੋਂ ਗੱਲਬਾਤ ਕਰਦੇ ਸੀ ਤੇ ਮੈਂ ਪੁੱਛਿਆ ਵੀ, ਮੈਂ ਕਿਹਾ ਵੀ ਅੱਗੇ ਤੁਸੀਂ ਕਦੀ ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਨਹੀਂ। ਕਹਿੰਦੇ ਵੀ ਮੈਂ ਤੁਹਾਨੂੰ ਕੁਛ ਹਦਾਇਤਾਂ ਕਰਨ ਲੱਗਾ ਵੀ ਸਾਡਾ ਅਸੀਂ ਜਿਸ ਸਮੇਂ ਨੂੰ ਉਡੀਕਦੇ ਸੀ ਉਹ ਸਮਾਂ ਆ ਗਿਆ, ਪਤਾ ਨਹੀਂ ਸਾਨੂੰ ਕਿਸੇ ਨੇ ਚੁੱਕਣਾ ਜਾਂ ਅਸੀਂ ਕਿਸੇ ਨੂੰ ਚੁੱਕਣਾ। ਇਹ ਮੇਰਾ ਖਿਆਲ 1 ਤਰੀਕ ਦੀ ਗੱਲ ਹੈ। ਉਦੋਂ ਬਾਅਦ 2 ਦਿਨ ਨਹੀਂ ਸਾਨੂੰ ਮਿਲੇ। ਮਹਾਂਪੁਰਖਾਂ ਨੇ, ਸੰਤ ਬਾਬਾ ਜਰਨੈਲ ਸੋਹਰਾ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਬੀਬੀਆਂ ਨੂੰ ਬਾਹਰ ਕੱਢ ਦਿਓ, ਹੋ ਸਕਦਾ ਹੈ ਵੀ ਫੌਜ ਅੰਦਰ ਆ ਜਾਵੇ। ਜਦੋਂ ਗੋਲੇ ਵੱਜਦੇ ਸੀ ਉਹ ਟੈਂਕਰਾਂ ਬਰੂਦ ਉੱਡ ਉੱਡ ਕੇ ਇੱਕ ਦੂਜੇ ਦੀਦਾ ਹੀ ਨਹੀਂ ਸੀ ਰਾਤ ਜੀ। ਜਦੋਂ ਟੈਂਕ ਅੰਦਰ ਆ ਗਏ ਉਦੋਂ ਮੈਂ ਤੇ ਸੋਚਦੀ ਸੀ ਵੀ ਕੋਈ ਵੀ ਨਹੀਂ ਬਚਿਆ, ਪਰ ਬਰਾਬਰ ਦੀ ਲੜਾਈ ਹੋਣ ਰਹੀ ਸੀ ਅੱਗੋਂ। ਤੁਹਾਨੂੰ ਖਬਰ ਕਦੋਂ ਮਿਲੀ ਫਿਰ ਕਿ ਭਾਈ ਸਾਹਿਬ ਨਹੀਂ ਰਹੇ? ਟੈਂਕਾਂ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ। ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸਾਹਿਬ ਇੱਕ ਨਿਹੰਗ ਸਿੰਘ ਸੇਵਾਦਾਰ ਸੀ, ਉਹ ਸਾਨੂੰ ਮਿਲਿਆ ਤੇ ਕਹਿੰਦਾ ਵੀ ਸੰਤ ਜਰਨੈਲ ਸੋਹਰਾ ਦੀ ਲਾਸ਼ ਤੇ ਭਾਈ ਅਮਰੀਕ ਸਿੰਘ ਦੀ, ਇੱਕ ਜਨਰਲ ਸ਼ਬੇਗ ਸਿੰਘ ਦੀ ਸੀ, 3 ਲਾਸ਼ਾਂ ਲੈ ਕੇ। ਤੇ ਇਹ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਅੱਗੇ ਨਾ ਗੱਡੀ ਖੜੀ ਕੀਤੀ, ਸਿੱਖ ਫੌਜੀ ਸੀ ਉਹ, ਤੇ ਉੱਥੇ ਜਾ ਕੇ ਸੰਸਕਾਰ ਕਰਨਾ ਹੈ ਤੇ ਕੋਈ ਸਾਡੇ ਨਾਲ ਜਾ ਸਕਦਾ ਸਿੰਘ। ਉਹਨੇ ਸੋਚਿਆ ਵੀ ਮੈਂ ਚੱਲਿਆ ਤਾਂ ਹੈਗਾ ਤੇ ਪਰ ਮੈਂ ਸ਼ਹੀਦਾਂ ਨੂੰ ਕੀ ਅਰਪਿਤ ਕਰੂੰਗਾ। ਕਹਿੰਦਾ ਮੈਨੂੰ ਕੋਈ ਚੀਜ਼ ਨਹੀਂ ਲੱਭੀ ਤੇ ਮੈਂ ਜੱਗ ਫੜ ਕੇ, ਇੱਕ ਜੱਗ ਸੀ ਉਹ ਘਿਓ ਨਾਲ ਭਰ ਲਿਆ। ਕਹਿੰਦਾ ਮੈਂ ਜਦੋਂ ਬਾਹਰ ਨਿਕਲਿਆ ਉਹਨਾਂ ਚਿਰ ਨੂੰ ਇੱਕ ਟੁਕੜੀ ਜਿਹੜੀ ਹੈ ਉਹ ਫੌਜ ਦੀ ਹੋਰ ਆ ਗਈ। ਇਹ ਸਾਡੇ ਵੈਰੀ, ਇਹਨਾਂ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਤੇ ਤੁਸੀਂ ਇਹਨਾਂ ਦੀਆਂ ਰਸਮਾਂ ਅਦਾ ਕਰ ਰਹੇ ਜੀ, ਮੈਂ ਗੋਲੀ ਮਾਰ ਦੂੰਗਾ। ਫਿਰ ਮੇਰੇ ਮਨ 'ਚ ਹੋ ਗਈ ਵੀ ਠੀਕ ਹੈ ਭਾਈ, ਮਹਾਰਾਜ ਨੂੰ ਪਿਆਰੇ ਹੋ ਗਏ। ਪਰ ਮੈਨੂੰ ਪਹਿਲਾਂ ਵੀ ਇਹ ਡਾਊਟ ਸੀ ਵੀ ਜਦੋਂ ਮੈਨੂੰ ਉਹ ਆ ਕੇ ਆਉਂਦੇ ਤੇ ਚੜ੍ਹਦੀ ਕਲਾ, ਤੇ ਮੈਂ ਮੰਨਦੀ ਨਹੀਂ ਸੀ ਵੀ ਚੜ੍ਹਦੀ ਕਲਾ ਜਿਹੜੀ ਮੈਨੂੰ ਪਤਾ ਉਹਨਾਂ ਦੀ ਕਿਹੜੀ ਚੜ੍ਹਦੀ ਕਲਾ ਸੀ। ਉਹਨਾਂ ਥਾਵਾਂ ਤੇ ਵੀ ਜਿੱਥੇ ਭਾਈ ਸਾਹਿਬ ਦੇ ਨਾਲ ਹੁੰਦਾ, ਇੱਕ ਯਾਦਾਂ ਤੇ ਹੁੰਦੀਆਂ ਹੀ ਨਹੀਂ ਕਿ ਤੁਹਾਡੀਆਂ ਯਾਦਾਂ ਸੀ। ਮੈਂ ਤਾਂ ਅਜੇ ਤੱਕ ਬੱਚਿਆਂ ਨੂੰ ਵਿਖਾ ਕੇ ਲਿਆਉਣੀ ਆ ਉੱਥੇ। ਉਹ ਕਹਿੰਦੇ ਵੀ ਇਹ ਜਿਹੜੇ ਨਿਸ਼ਾਨ ਸਾਹਿਬ 2 ਨੇ, ਮੀਰੀ ਤੇ ਪੀਰੀ ਦੇ, ਇਹਨਾਂ ਦੇ ਵਿਚਕਾਰ ਉਹਨਾਂ ਦੀ ਸ਼ਹੀਦੀ ਹੋਈ। ਜਿੰਨੇ ਫੈਡਰੇਸ਼ਨ ਦੇ ਪਿਛਲੇ ਮੁੰਡੇ ਸੀ ਵਿਚਾਰੇ, ਚਲੋ ਜੰਗਾਂ ਲੜਦੀਆਂ, ਕੁਦਰਤੀ ਕਿਸੇ ਦੀ ਜਾਨ ਬਚ ਗਈ, 5-5 ਸਾਲ ਜੋਧਪੁਰ ਰਹਿ ਕੇ ਆਏ ਆ, ਤੇ ਮੈਨੂੰ ਉਹ ਜਦੋਂ ਮਿਲਦੇ ਆ ਮੈਨੂੰ ਅਜੇ ਵੀ ਲੱਗਦਾ ਵੀ ਇਹ ਸਾਡੇ ਆ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਜੂਨ 84 ਨੂੰ ਅਸੀਂ ਲਗਾਤਾਰ ਯਾਦ ਕਰ ਰਹੇ ਹਾਂ ਔਰ ਉਹਨਾਂ ਪਰਿਵਾਰਾਂ ਨੂੰ ਯਾਦ ਕਰ ਰਹੇ ਹਾਂ ਜਿਹੜੇ ਜੂਨ 84 ਦੇ ਟਾਈਮ ਚਲੇ ਗਏ। ਉਹ ਵੱਡੇ ਨਾਂ ਭਾਈ ਅਮਰੀਕ ਸਿੰਘ, ਜਿਹੜੇ ਵੱਡਾ ਨਾਂ ਸੀ ਪੰਥ ਦਾ, ਫੈਡਰੇਸ਼ਨ ਦੇ ਪ੍ਰਧਾਨ ਰਹੇ। ਉਹਨਾਂ ਦੇ ਪਤਨੀ ਆ ਜਿਹੜੇ ਬੀਬੀ ਹਰਮੀਤ ਕੌਰ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹਨਾਂ ਦੇ ਉਸ ਦੌਰ 'ਚ ਤਜਰਬੇ ਰਹੇ। ਆਖਰੀ ਦਿਨਾਂ 'ਚ ਵੀ ਉਹ ਭਾਈ ਸਾਹਿਬ ਦੇ ਨਾਲ ਸੀ ਤੇ ਬਾਅਦ ਦਾ ਜੀਵਨ ਕਿਸ ਤਰ੍ਹਾਂ ਦਾ ਜੀਵਨ ਸੀ, ਕਿਉਂਕਿ ਚਲੇ ਗਏ ਪਰਿਵਾਰ 'ਚੋਂ, ਉਸ ਤੋਂ ਬਾਅਦ ਬੱਚੇ ਸੀ, ਉਹਨਾਂ ਨੂੰ ਪੜ੍ਹਾਇਆ ਲਿਖਾਇਆ। ਸਾਡੇ ਨਾਲ ਨੇ ਬੀਬੀ ਹਰਮੀਤ ਕੌਰ ਜੀ, ਸਵਾਗਤ ਕਰਦੇ ਹਾਂ ਉਹਨਾਂ ਦਾ। ਸਵਾਗਤ ਹੈ ਬੀਬੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹੂੰਗਾ, ਮੈਂ ਭੈਣ ਜੀ ਹੋਰਾਂ ਨਾਲ ਵੀ ਗੱਲ ਕੀਤੀ ਸੀ, ਸਤਵੰਤ ਕੌਰ ਜੀ ਹੋਰਾਂ ਨਾਲ। ਭੈਣ ਜੀ ਹੋਰਾਂ ਨੇ ਦੱਸਿਆ ਕਿ ਅਸੀਂ 3 ਤਰੀਕ ਨੂੰ ਚਲੇ ਗਏ ਸੀ, ਤੁਸੀਂ ਬਾਅਦ 'ਚੋਂ ਵੀ ਰਹੇ। ਤੁਸੀਂ ਉੱਥੇ ਕਦੋਂ ਆਏ ਸੀ? ਤੁਸੀਂ ਕੀ ਦੇਖਿਆ 1 ਜੂਨ ਤੋਂ 6 ਜੂਨ ਤੱਕ? 1 ਤਰੀਕ ਨੂੰ ਪਹਿਲਾਂ ਗੋਲੀ
ਚੱਲੀ ਹੈ ਜੀ 3 ਘੰਟੇ ਲਗਾਤਾਰ। ਜੀ ਉਹਦੇ ਵਿੱਚ ਕੁਛ ਫੈਡਰੇਸ਼ਨ ਦੇ ਮੁੰਡੇ ਵੀ ਮਾਰੇ ਗਏ ਵਿਚਾਰੇ, ਜੀ ਤੇ ਬੱਬਰਾਂ ਦੇ ਸਿੰਘ ਵੀ ਸ਼ਹੀਦ ਹੋਏ, ਕੁਛ ਜੀ ਸੰਗਤ ਵੀ ਹੋਈ। ਜੀ ਤੇ ਵਿੱਚੋਂ 3 ਘੰਟੇ ਚੱਲ ਕੇ ਗੋਲੀ ਬਾਅਦ ਦੇ ਵਿੱਚ ਰੁਕ ਗਈ। ਜੀ ਫਿਰ 2 ਤੇ 3 ਤਰੀਕ ਨੂੰ ਜਿਹੜਾ ਉਹ ਗੋਲੀ ਬੰਦ ਰਹੀ, ਜੀ ਰੁਕ ਰੁਕ ਕੇ ਕਿਤੇ ਕਿਤੇ, ਹਨਾ। ਜੀ ਤੇ ਫਿਰ 4 ਤਰੀਕ ਦੇ ਅੰਮ੍ਰਿਤ ਵੇਲੇ ਜਦੋਂ ਕਿ ਜੀ ਮਹਾਰਾਜ ਦਾ ਹੁਕਮਨਾਮਾ ਹੋਣ ਲੱਗਿਆ ਸੀ, ਹੂੰ ਉਦੋਂ ਇਹਨਾਂ ਨੇ ਇੱਕਦਮ ਗਰਨੇਟ ਜਿਹੜੇ ਹੁੰਦੇ ਗੋਲੇ, ਉਹਨਾਂ ਦੀ ਵਰਖਾ ਕੀਤੀ ਹੈ। ਜੀ ਜਦੋਂ ਇਹ ਸੰਗਤ ਆਰਾਮ ਨਾਲ ਦਰਬਾਰ ਸਾਹਿਬ ਨੂੰ ਮੂੰਹ ਕਰਕੇ ਨਤਮਸਤਕ ਹੁੰਦੀ ਪਈ ਸੀ, ਜਾਂ ਕੋਈ ਜਿਹੜਾ ਬਾਹਰ ਬੈਠਾ ਸੀ ਸੰਗਤ, ਜਾਂ ਕੋਈ ਉੱਥੇ ਬੈਠਾ ਸੀ, ਹੁਕਮਨਾਮਾ ਸੁਣਦਿਆਂ ਤੇ ਉਦੋਂ ਸਾਨੂੰ ਇਹ ਪਤਾ ਲੱਗਾ ਵੀ ਇਹ ਕੀ ਹੋਣ ਡਿਆ, ਇਹ ਪਤਾ ਲੱਗਾ ਵੀ ਅਟੈਕ ਕਰਤਾ ਸਰਕਾਰ ਨੇ। ਹੂੰ ਤੇ ਜੇ ਭੈਣ ਜੀ ਹੋਰੀ ਦੱਸ ਰਹੇ ਸੀ ਕਿ 3 ਤਰੀਕ ਨੂੰ ਭਾਈ ਸਾਹਿਬ ਮਿਲੇ ਉਹਨਾਂ ਨੂੰ ਕਮਰੇ 'ਚ, ਉੱਥੇ ਕੀ ਤੁਹਾਡੇ ਕੀ ਯਾਦ ਆ ਉਦੋਂ ਜਿੱਦਣ ਉਸ ਦਿਨ ਆ ਕੇ ਉਹਨਾਂ ਨੇ ਕਿਹਾ ਚਲੇ ਜਾਓ? ਦੇਖੋ ਜੀ, ਉਹ ਨਾ ਜਿਹੜਾ ਕੋਈ ਮੀਟਿੰਗਾਂ ਕਰਦੇ ਹੁੰਦੇ ਸੀ ਜਾਂ ਇਹਨਾਂ ਦੀ ਸੰਗਤਾਂ ਨਾਲ ਕੋਈ ਗੱਲ ਹੁੰਦੀ ਸੀ, ਉਹ ਸਾਨੂੰ ਨਹੀਂ ਸੀ ਦੱਸਦੇ ਜੀ ਤੇ ਉਸ ਦਿਨ ਅਸੀਂ ਸਾਰਾ ਪਰਿਵਾਰ ਸੀ, ਤੇ ਇਹਨਾਂ ਨੇ ਵਾਹਵਾ ਪੌਣਾ ਘੰਟਾ ਸਾਨੂੰ ਦਿੱਤਾ, ਗੱਲਾਂ ਬਾਤਾਂ ਸਾਰੇ ਪਰਿਵਾਰ ਨਾਲ ਕਰਦੇ ਰਹੇ, ਤੇ ਕਹਿੰਦੇ ਵੀ ਤੁਸੀਂ ਜਾਓ ਸਾਰੇ ਇੱਥੋਂ, ਹੁਣ ਚਲੇ ਜਾਓ। ਹੂੰ ਤੇ ਅਸੀਂ ਆਖਿਆ ਵੀ ਕਿਉਂ, ਲੱਗਦਾ ਸੀ ਵੀ ਕੁਛ ਵੀ ਅੱਗੇ ਇਹਨਾਂ ਨੇ ਸਾਨੂੰ ਇੰਨਾ ਸਮਾਂ ਦਿੱਤਾ ਨਹੀਂ, ਤੇ ਅੱਜ ਕਿਉਂ ਦਿੰਦੇ ਪਏ ਆ। ਮੈਂ ਵਿੱਚੋਂ ਜਦੋਂ ਗੱਲਬਾਤ ਕਰਦੇ ਸੀ ਤੇ ਮੈਂ ਪੁੱਛਿਆ ਵੀ, ਮੈਂ ਆਖਿਆ ਵੀ ਅੱਗੇ ਤੁਸੀਂ ਕਦੀ ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਨਹੀਂ, ਤੇ ਅੱਜ ਤੁਹਾਡਾ ਹੋਰ ਹੀ ਲੱਗਦਾ ਮੈਨੂੰ, ਕੀ ਇਹਦੇ ਵਿਸ਼ੇਸ਼ ਹੈ। ਕਹਿੰਦੇ ਹੂੰ ਵੀ ਤੇ ਮੈਂ ਤੁਹਾਨੂੰ ਕੁਛ ਹਦਾਇਤਾਂ ਕਰਨ ਲੱਗਾ ਵੀ ਸਾਡਾ, ਅਸੀਂ ਜਿਸ ਸਮੇਂ ਨੂੰ ਉਡੀਕਦੇ ਸੀ ਉਹ ਸਮਾਂ ਆ ਗਿਆ, ਤੇ ਸਪਸ਼ਟ ਗੱਲਾਂ ਦੇ ਵਿੱਚ ਹੈ ਵੀ ਅਸੀਂ ਤਾਂ ਹੁਣ ਉਸ ਕੰਮ ਲਈ ਤਿਆਰ ਪਰ ਤਿਆਰ ਹਾਂ। ਅੱਗੋਂ ਹੂੰ ਜਿਵੇਂ ਗੁਰੂ ਰਾਮਦਾਸ ਨੂੰ ਭਾਉਂਦਾ ਉਵੇਂ ਹੋਊਗਾ, ਪਤਾ ਨਹੀਂ ਸਾਨੂੰ ਕਿਸੇ ਨੇ ਚੁੱਕਣਾ ਹੈ ਜਾਂ ਅਸੀਂ ਕਿਸੇ ਨੂੰ ਚੁੱਕਣਾ, ਤੇ ਤੁਸੀਂ ਗੱਲਬਾਤ ਸੁਣੋ ਤੇ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਸਮਝੋ। ਤਾਂ ਕਰਕੇ ਚਲੋ ਉਹ ਹੋਇਆ। ਫਿਰ ਇਹ ਕਹਿ ਕੇ ਉਹ ਆਪਣਾ ਅਕਾਲ ਤਖਤ ਸਾਹਿਬ ਚਲੇ ਗਏ। ਹੂੰ ਉਦੋਂ ਬਾਅਦ ਸਾਨੂੰ, ਇਹ ਮੇਰਾ ਖਿਆਲ 1 ਤਰੀਕ ਦੀ ਗੱਲ ਹੈ, ਜੀ ਉਦੋਂ ਬਾਅਦ 2 ਦਿਨ ਨਹੀਂ ਸਾਨੂੰ ਮਿਲੇ ਉਹ। ਹੂੰ 3 ਤਰੀਕ ਦੀ ਸ਼ਾਮ ਨੂੰ ਅਸੀਂ ਮਹਾਰਾਜ ਨੂੰ ਮੱਥਾ ਟੇਕਣ ਗਏ, ਮੇਰਾ ਭਰਾ ਸੀ ਨਾਲ, ਤੇ ਅਸੀਂ ਆਖਿਆ ਵੀ ਮਹਾਰਾਜ ਦੇ ਸੁੱਖ ਆਸਣ ਜਦੋਂ ਹੁੰਦਾ ਨਾ, ਬੜਾ ਮਹਾਰਾਜ ਦੀ ਪਾਲਕੀ ਸਜਾ ਕੇ ਲੈ ਕੇ ਜਾਂਦੇ ਆ, ਵੀ ਆਪਾਂ ਦਰਸ਼ਨ ਕਰਨ ਚੱਲੀਏ। ਜੀ ਅਸੀਂ ਦਰਸ਼ਨ ਕਰਨ ਗਏ, ਤੇ ਜਦੋਂ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਖਲੋਤੇ ਸੀ, ਉਦੋਂ ਉਹ ਅਕਾਲ ਤਖਤ ਸਾਹਿਬ 'ਚੋਂ ਉਤਰ ਕੇ ਆਏ। 10 ਕੁ ਮਿੰਟ ਸਾਨੂੰ ਮਿਲੇ ਆ, ਉਦੋਂ ਬਾਅਦ ਨਹੀਂ ਮਿਲੇ। ਹੂੰ ਉਦੋਂ ਕੋਈ ਗੱਲ ਹੋਈ ਉਦੋਂ ਕੋਈ ਜੀ? ਗੱਲਬਾਤ ਕੋਈ ਵਿਸ਼ੇਸ਼ ਨਹੀਂ ਕੀਤੀ, ਕਹਿੰਦੇ ਵੀ ਜਾਓ ਕਮਰੇ ਦੇ ਵਿੱਚ ਜਾ ਕੇ ਤੇ ਸੌਂ ਜਾਓ। ਹੂੰ ਮੈਂ ਤੇ ਮੇਰਾ ਭਰਾ ਤੇ ਬੇਟੀ ਛੋਟੀ ਸੀ ਮੇਰੇ ਕੋਲੇ, ਅਸੀਂ ਕਮਰੇ 'ਚ ਆ ਗਏ, ਤੇ ਪਰ ਆ ਕੇ ਅਜੇ ਬੈੱਡ ਤੇ ਪਏ ਆ ਤੇ ਮੈਨੂੰ ਪਤਾ ਨਹੀਂ ਲੱਗਣ ਦਿੱਤਾ। ਮੇਰਾ ਭਰਾ ਉੱਠ ਕੇ ਉੱਥੋਂ ਤੇ ਬਾਹਰ ਨਿਕਲ ਗਿਆ। ਜਦੋਂ ਮੈਂ ਵੇਖਿਆ ਤੇ ਮੈਂ ਆਖਿਆ ਵੀ ਉਹ ਹੈ ਨਹੀਂ ਇੱਥੇ, ਕਿੱਥੇ ਚਲਾ ਗਿਆ। ਫਿਰ ਮੇਰੀ ਨਿਗਾਹ ਵੱਜੀ ਵੀ ਇੱਕ ਉੱਥੇ ਮਸ਼ੀਨ ਆਪਣੀ SLR ਬੰਦੂਕ ਜਿਹਨੂੰ ਕਹਿੰਦੇ ਆ ਜੀ, ਉਹ ਹੈ ਨਹੀਂ ਗੀ। ਮੈਂ ਆਖਿਆ ਉਹ ਚੁੱਕ ਕੇ ਚਲਾ ਗਿਆ। ਤੇ ਹੂੰ ਫਿਰ ਮੈਂ ਅੰਦਰੋਂ ਕੁੰਡੀ ਲਾਈ, ਉਹਨੂੰ ਉਡੀਕਦੀ ਰਹੀ ਵੀ ਕਿੱਧਰ ਗਿਆ, ਇੱਧਰ ਉੱਧਰ, ਬਾਹਰ ਹੁਣ ਜਾ ਨਹੀਂ ਸੀ ਸਕਦੇ। ਹੂੰ ਉਹ ਮੈਨੂੰ ਅੰਦਰ ਕਿੱਥੇ ਆਉਣੀ ਸੀ। 2 ਘੰਟਿਆਂ ਬਾਅਦ ਉਹ ਆਇਆ ਤੇ ਕਹਿੰਦਾ ਵੀ ਮੈਂ ਇੱਥੇ ਭੈਣ ਇਕੱਲਾ ਨਹੀਂ ਰਹਿ ਸਕਦਾ, ਤੁਸੀਂ ਐਂ ਕਰੋ ਵੀ ਮੇਰੇ ਨਾਲ ਚੱਲੋ, ਤੇ ਪਰਿਕਰਮਾ ਦੇ ਵਿੱਚ ਹੋਰ ਵੀ ਸੰਗਤ ਹੈ, ਮੈਂ ਤੁਹਾਨੂੰ ਉੱਥੇ ਛੱਡ ਦੇਣਾ, ਤੇ ਮੈਂ ਭਾਈ ਸਾਹਿਬ ਕੋਲ ਜਾਣਾ। ਹੂੰ ਮੈਂ ਸੋਚਿਆ ਵੀ ਚਲੋ ਠੀਕ ਹੈ, ਅਸੀਂ ਪਰਿਕਰਮਾ 'ਚ ਜਾ ਕੇ ਪੈ ਜਾਂਦੇ ਹਾਂ, ਬੜੀ ਸੰਗਤ ਹੋਰ ਵੀ ਹੈ। ਤੇ ਮੈਂ ਆਪਣੀ ਬੇਟੀ ਚੁੱਕੀ ਤੇ ਅਸੀਂ ਲੋਕ ਲਾ ਕੇ ਤੇ ਅਸੀਂ ਚਲੇ ਗਏ। ਮੈਨੂੰ ਉਹ ਪਰਿਕਰਮਾ ਛੱਡ ਕੇ ਆਪ ਉਹ ਅਕਾਲ ਤਖਤ ਸਾਹਿਬ ਤੇ ਚਲੇ ਗਏ। ਹੂੰ
ਫਿਰ ਅਸੀਂ ਉੱਥੇ ਪਰਿਕਰਮਾ 'ਚ ਹੀ ਥੋੜਾ ਚਿਰ 2-2.5 ਘੰਟੇ ਲੰਮੇ ਪੈ ਗਏ। ਚਲੋ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਮੈਂ ਸੋਚਿਆ ਵੀ ਹੁਣ ਇਸ਼ਨਾਨ ਪਾਨ ਕਰਨਾ ਹੈ। ਚਲੋ ਪਹਿਲੋਂ ਮਹਾਰਾਜ ਦਾ ਹੁਕਮਨਾਮਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਤੇ ਬਾਅਦ 'ਚ ਕਮਰੇ 'ਚ ਜਾ ਕੇ ਤੇ ਇਸ਼ਨਾਨ ਕਰ ਲਾਂਗੇ। ਉਹਨਾਂ ਮੌਕਾ ਹੀ ਨਹੀਂ ਦਿੱਤਾ। ਹੁਕਮਨਾਮਾ ਹੁੰਦਾ ਪਿਆ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਸੀ। ਜਦੋਂ ਜਦੋਂ ਪਹਿਲੇ ਗੋਲੀਬਾਰੀ ਹੋਈ ਹੈ ਜੀ, ਪਹਿਲੇ ਜਦੋਂ ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਜਿੰਨੀ ਸੰਗਤ ਦਾ ਘਾਣ ਹੋਇਆ ਮੈਂ ਦੱਸ ਨਹੀਂ ਸਕਦੀ। ਤਾਂ ਸੰਗਤ ਦੇ ਗੋਲੀਆਂ ਵੱਜੀਆਂ ਉਦੋਂ ਜੀ? ਲਓ ਜੀ, ਇੱਕ ਸੰਗਤ ਪਰਿਕਰਮਾ ਦੇ ਵਿੱਚ ਐ ਸ਼ਾਂਤੀ ਨਾਲ ਬੈਠੀ ਸੀ, ਜਿੱਥੇ ਜਿੱਥੇ ਬੈਠੇ ਸੀ। ਜਦੋਂ ਉੱਤੋਂ ਆਉਂਦੀ ਪਈ ਕੋਈ ਚੀਜ਼, ਜਿੱਥੇ ਇੱਕ ਗੋਲਾ ਵੱਜ ਜੇ ਉੱਥੇ ਕਿੰਨਾ ਦੂਰ ਦੂਰ ਤੱਕ ਮਾਰ ਕਰਦਾ। ਗਰਨੇਟਾਂ ਦੀ ਵਰਖਾ ਕੀਤੀ ਇਹਨਾਂ ਨੇ। ਤਾਂ ਤੁਸੀਂ ਉੱਥੋਂ ਫਿਰ ਕਮਰੇ 'ਚ ਆ ਗਏ ਸੀਗੇ ਜੀ? ਅਸੀਂ ਨਾ ਉੱਥੋਂ ਭੱਜ ਕੇ, ਜਿਵੇਂ ਸੰਗਤ ਸਾਰੀ ਉੱਥੇ ਜਿੱਥੇ ਸਾਹਮਣੇ ਬੈਠੇ ਸੀ ਤੇ ਉੱਥੇ ਸਾਹਮਣੇ ਇੱਕ ਕਮਰਾ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਛਬੀਲ ਹੈ ਬਰਾਂਡਿਆਂ ਦੇ ਵਿੱਚ ਜੀ। ਤੇ ਉੱਥੇ ਮੈਂ ਬੇਟੀ ਨੂੰ ਚੁੱਕ ਕੇ ਤੇ ਉਸ ਕਮਰੇ ਦੇ ਵਿੱਚ ਅਸੀਂ ਆ ਗਏ। ਉੱਥੇ ਹੋਰ ਵੀ ਬੜੀਆਂ ਬੀਬੀਆਂ ਸੀ। ਫਿਰ ਅਸੀਂ ਉੱਥੇ ਬੈਠੇ ਅੰਦਰ। ਫਿਰ ਤੁਸੀਂ ਉੱਥੋਂ ਬਾਅਦ ਚੋਂ ਬਾਹਰ ਕਿਵੇਂ ਜਾਂਦੇ ਹੋ ਜੀ, ਜਾਂ ਉੱਥੇ ਫੌਜ ਅੰਦਰ ਆ ਗਈ ਸੀ? ਅਸੀਂ ਉੱਥੇ ਜਿਉਂ 4 ਵਜੇ ਤੋਂ ਅੰਦਰ ਵੜੇ ਜੀ, ਸਾਰਾ ਦਿਨ ਅੰਦਰ, ਸਾਰੀ ਰਾਤ ਅੰਦਰ, ਨਾ ਪਾਣੀ ਨਾ ਬੱਤੀ। ਉੱਥੋਂ ਫਿਰ ਤੜਕਸਾਰ ਅਸੀਂ ਮਹਾਂਪੁਰਖਾਂ ਨੇ, ਸੰਤ ਬਾਬਾ ਜਰਨੈਲ ਸੋਹਰਾ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਬੀਬੀਆਂ ਨੂੰ ਬਾਹਰ ਕੱਢ ਦਿਓ, ਹੋ ਸਕਦਾ ਵੀ ਫੌਜ ਅੰਦਰ ਆ ਜਾਵੇ, ਇਸ ਕਰਕੇ ਵੀ ਇਹ ਕੰਪਲੈਕਸ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਫਿਰ ਉਹ ਮੈਨੂੰ ਨਹੀਂ ਸੀ ਇਹਨਾਂ ਗੱਲਾਂ ਦਾ ਪਤਾ ਵੀ ਕਿੱਧਰ ਦੀ ਜਾਣਾ ਹੈ, ਕਿੱਧਰ ਦੀ ਨਿਕਲਣਾ ਹੈ। ਬੱਤੀ ਹੈ ਨਹੀਂ ਸੀ, ਹਨੇਰਾ ਗੁਬਾਰ ਚੜਿਆ ਸੀ। ਜਦੋਂ ਗੋਲੇ ਵੱਜਦੇ ਸੀ ਉਹ ਟੈਂਕਰਾਂ ਬਰੂਦ ਉੱਡ ਉੱਡ ਕੇ ਇੱਕ ਦੂਜੇ ਦੀਦਾ ਹੀ ਨਹੀਂ ਸੀ ਰਾਤ ਜੀ। ਤੇ ਉਹ ਫਿਰ ਉਹਨਾਂ ਆਖਿਆ ਵੀ ਨਹੀਂ, ਆਪਾਂ ਨੂੰ ਮਹਾਂਪੁਰਖਾਂ ਦਾ ਬਚਨ ਮੰਨਣਾ ਚਾਹੀਦਾ। ਫਿਰ ਅਸੀਂ ਬਰਾਂਡਿਆਂ ਦੇ ਵਿੱਚ ਦੀ ਹੋ ਕੇ, ਉਦੋਂ ਅਜੇ ਭਾਈ ਸਾਹਿਬ ਬਾਹਰੋਂ ਚੱਲਦੇ ਸੀ ਗੋਲੇ, ਕੰਪਲੈਕਸ ਦੇ ਵਿੱਚ ਨਹੀਂ ਸੀ। ਤੇ ਉਹ ਬਰਾਂਡਿਆਂ ਦੇ ਵਿੱਚ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਅਸੀਂ ਉੱਥੇ ਖੜੇ ਹੋਏ। ਹੁਣ ਜਦੋਂ ਅਕਾਲ ਤਖਤ ਸਾਹਿਬ ਦਾ ਵਿਹੜਾ ਲੰਘ ਕੇ ਪਾਰ ਕਰਨਾ ਸੀ, ਉਦੋਂ ਬੜੀ ਮੁਸ਼ਕਲ। ਉੱਥੋਂ ਉਦੋਂ ਮੀਂਹ ਵਾਂਗੂ ਗੋਲੀ ਵਰਦੀ ਪਈ ਸੀ। ਚਲੋ ਸਾਰੇ ਭੱਜ ਕੇ ਉੱਥੋਂ ਪਾਰ ਹੋਏ। ਜਿਹੜੇ ਮੇਰੇ ਨਾਲ ਸੀ 2 ਕੁ ਜਣੇ ਹੋਰ, ਤੇ ਅਸੀਂ ਕੁਦਰਤ ਨੇ ਸਾਨੂੰ ਉੱਥੋਂ ਅਗਾਂਹ ਕਰਤਾ। ਫਿਰ ਬਰਾਂਡਿਆਂ ਦੇ ਵਿੱਚ ਦੀ ਹੋ ਕੇ, ਤੇ ਬਰਾਂਡਿਆਂ ਦੇ ਵਿੱਚੋਂ ਹੀ ਅਸੀਂ ਬਾਹਰ, ਨਾਲ ਹੀ ਸਿੰਘ ਸਾਹਿਬ ਦਾ ਘਰ ਸੀ, ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਉਹ ਗੁਰਦੁਆਰਾ ਸਾਹਿਬ ਬਣਿਆ ਜੀ। ਉੱਥੇ ਇੱਕ ਵੱਡਾ ਸਾਰਾ ਕਮਰਾ, ਉਹਦੇ ਵਿੱਚ ਇੱਕ ਛੋਟਾ ਜਿਹਾ ਬਾਰੀ, ਉਹਦੇ ਵਿੱਚ ਦੀ ਲੰਘ ਕੇ ਅਸੀਂ ਉਹਦੇ ਘਰ ਐਂਟਰੀ ਕੀਤੀ। ਏਦਾਂ ਅਸੀਂ ਨਿਕਲੇ ਜੀ। ਤੁਹਾਨੂੰ ਖਬਰ ਕਦੋਂ ਮਿਲੀ ਫਿਰ ਕਿ ਭਾਈ ਸਾਹਿਬ ਨਹੀਂ ਰਹੇ, ਜਾਂ ਇਹ ਕੁਛ ਹੋਇਆ ਅਕਾਲ ਤਖਤ ਸਾਹਿਬ ਤੇ? ਵੀਰੇ ਭਾਈ, ਕੰਧ ਦੇ ਨਾਲ ਸੀ ਅਸੀਂ ਬੈਠੇ। ਇੱਕ ਸਿਰਫ ਬਰਾਂਡੇ ਸੀ, ਤੇ ਬਰਾਂਡਿਆਂ ਦੇ ਮਗਰਲੇ ਪਾਸੇ ਉਹਦਾ ਕੁਆਟਰ ਸ਼੍ਰੋਮਣੀ ਕਮੇਟੀ ਦਾ, ਜਿਹਦੇ ਵਿੱਚ ਅਸੀਂ ਬੈਠੇ ਸੀ। ਤੇ ਉੱਥੋਂ ਤਾਂ ਐਂ ਲੱਗਦਾ ਸੀ ਵੀ ਛੱਤਾਂ ਸਾਡੇ ਤੇ ਡਿੱਗ ਜਾਣੀਆਂ ਜੀ। ਹਰ ਗੋਲੀ ਦੀ ਆਵਾਜ਼, ਹਰ ਗਰਨੇਡ ਦੀ ਆਵਾਜ਼, ਜਦੋਂ ਤੋਪਾਂ ਚਲਾਈਆਂ ਉਦੋਂ ਦੀ, ਜਦੋਂ ਅੰਦਰ ਟੈਂਕ ਆਏ ਆ, ਸਾਰਾ ਕੁਛ ਉੱਥੇ ਸਾਨੂੰ ਪਤਾ ਲੱਗਦਾ ਪਿਆ ਸੀ। ਜਦੋਂ ਟੈਂਕ ਅੰਦਰ ਆ ਗਏ ਉਦੋਂ ਮੈਂ ਤੇ ਸੋਚਦੀ ਸੀ ਵੀ ਕੋਈ ਵੀ ਨਹੀਂ ਬਚਿਆ, ਪਰ ਬਰਾਬਰ ਦੀ ਲੜਾਈ ਹੋਣ ਰਹੀ ਸੀ ਅੱਗੋਂ। ਜਿਹੜੀ ਤੁਹਾਡੀ ਆਖਰੀ ਮੁਲਾਕਾਤ ਹੋਈ ਸੀ, ਭੈਣ ਹੋਰੀ ਦੱਸ ਰਹੇ ਸੀ, ਉਹਨਾਂ 'ਚ ਜ਼ਿੰਮੇਵਾਰੀਆਂ ਵੀ ਲਾਈਆਂ ਤੁਹਾਡੀਆਂ ਕਿ ਬੱਚਿਆਂ ਨੂੰ ਪੜ੍ਹਾਉਣਾ ਬੜਾ ਜ਼ਰੂਰੀ ਹੈਗਾ। ਜੀ ਜੀ। ਕੀ ਉਦੋਂ ਹੋਰ ਕੀ ਗੱਲਾਂ ਹੋਈਆਂ ਸੀ, ਮੈਂ ਜ਼ਰੂਰ ਜਾਣਨਾ ਚਾਹੁੰਦਾ। ਕਿ ਤੁਹਾਡੇ ਨਾਲ ਕੁਛ ਤਾਂ ਭੈਣ ਹੋਰਾਂ ਨੇ ਦੱਸੀਆਂ, ਕੁਛ ਹੋਰ ਤੁਹਾਡੇ ਯਾਦ ਹੋਣਗੀਆਂ। ਉਹ ਜੀ ਕੁਛ ਸਾਨੂੰ ਘਰੇਲੂ ਕੰਮ ਸੀ, ਕਿਉਂਕਿ ਅਸੀਂ ਜੁਆਇੰਟ ਫੈਮਿਲੀ ਇਕੱਠੇ ਸੀ।
ਜੀ। ਉਹਦੇ ਵਿੱਚ ਕੁਛ ਕੁ ਕੰਮ ਕੀਤੇ ਸੀ, ਪਤਾ ਨਹੀਂ ਉਹ ਸਾਡੇ ਮੇਰੇ ਪਤਿਆਰੇ ਜੀ, ਉਹ ਬਾਬਾ ਰਾਮ ਸਿੰਘ ਜੀ ਦੇ ਪਿਤਾ ਜੀ, ਤੇ ਇੱਕ ਹੋਰ ਸਾਡੇ ਤਿੰਨਾਂ ਘਰਾਂ ਦੀ ਵਾਹੀ ਜਿਹੜੀ ਉਹ ਸਾਂਝੀ ਸੀ। ਜੀ। ਉਹ ਕੋਈ ਪਤਾ ਨਹੀਂ ਥੋੜੀ ਜਿਹੀ ਜ਼ਮੀਨ ਖਰੀਦੀ ਸੀ, ਤੇ ਉਹ ਕਿਸੇ ਤੋਂ ਪੈਸੇ ਫੜ ਕੇ ਤੇ ਉਹਦੇ ਵਿੱਚ ਪਾਏ ਸੀ। ਜੀ। ਉਹ ਮੈਨੂੰ ਕਹਿੰਦੇ ਵੀ ਉਹਨਾਂ ਦੇ ਪੈਸੇ ਦੇਣ ਵਾਲੇ ਆ, ਇਹ ਨਾ ਹੂੰ। ਹੋਵੇ ਵੀ ਮੈਂ ਕਦੀ ਕਿਸੇ ਦਾ ਦੇਣਦਾਰ ਨਹੀਂ ਰਿਹਾ ਤੇ ਮੈਂ ਗਾਂਹ ਜਾਵਾਂ ਸ਼ਹੀਦ ਹੋ ਕੇ ਤੇ ਮੈਨੂੰ ਅੱਗੋਂ ਧਰਮ ਰਾਏ ਪੁੱਛੇ ਵੀ ਤੂੰ ਆ ਮਾਰ ਕੇ ਆ ਗਿਆ ਪੈਸੇ। ਕਹਿੰਦੇ ਵੀ ਉਹ ਮੇਰੇ ਤੋਂ ਲਾਉਣੇ ਆ। ਹੂੰ। ਪਤਾ ਨਹੀਂ ਉਸ ਸਮੇਂ ਦਾ 60,000 ਰੁਪਇਆ ਸੀ ਸਾਰਾ ਜੀ। ਜੀ। ਤੇ ਉਹਦਾ ਮੈਂ ਅੱਗੋਂ ਜਵਾਬ ਵੀ ਦਿੱਤਾ, ਮੈਂ ਆਖਿਆ ਵੀ ਜਿਹੜੇ ਜੁਆਇੰਟ ਫੈਮਲੀਆਂ ਸਾਰਾ ਕੰਮਕਾਰ ਉਹਨਾਂ ਕੋਲੇ ਆ, ਚਲੋ ਮੇਰੇ ਪਤਾ ਨਹੀਂ ਆਖੇ ਲੱਗਣ ਜਾਂ ਨਾ ਲੱਗਣ। ਕਹਿੰਦੇ ਤੂੰ ਕੋਸ਼ਿਸ਼ ਕਰੀ, ਆਪੇ ਵਾਹਿਗੁਰੂ ਕਰੂਗਾ। ਹੂੰ। ਤੇ ਦੂਜਾ ਵੀ ਬੱਚਿਆਂ ਨੂੰ ਜ਼ਰੂਰ ਪੜ੍ਹਾਈ, ਬੱਚੇ ਹੂੰ। ਅਨਪੜ੍ਹ ਨਹੀਂ ਰਹਿਣੇ ਚਾਹੀਦੇ, ਕਿਉਂਕਿ ਉਹ ਆਪ ਕਾਫੀ ਪੜ੍ਹੇ ਲਿਖੇ ਸੀ। ਹੂੰ। ਇਹ ਮੇਰੀਆਂ ਡਿਊਟੀਆਂ ਲੱਗੀਆਂ ਸੀ। ਇੱਕ ਵੱਡੇ ਮਾਤਾ ਜੀ ਦਾ ਸਤਿਕਾਰ ਰੱਖਣਾ ਹੈ, ਬਿਜੀ ਰਹਿਣਾ ਹੈ, ਨਿਤਨੇਮ ਕਰਨਾ, ਇਹੋ ਜਿਹੀਆਂ ਹਦਾਇਤਾਂ ਜਿਹੜੀਆਂ ਉਹ ਕਰਦੇ ਰਹੇ। ਉਹ ਮੈਂ ਆਖਿਆ ਵੀ ਅੱਗੇ ਤੁਸੀਂ ਐਵੇਂ ਕਦੀ ਨਹੀਂ ਕੀਤਾ, ਅੱਜ ਹੂੰ। ਤੁਸੀਂ ਇਸ ਜੇ ਮੇਰੀ ਡਿਊਟੀਆਂ ਲੱਗਦੀਆਂ ਪਈਆਂ, ਕੀ ਗੱਲ? ਕਹਿੰਦੇ ਸੁਣ ਤਾਂ ਸਕਦੀ ਹਾਂ, ਤੇਰੇ ਕੋਲ ਇਹ ਵੀ ਟਾਈਮ ਨਹੀਂ ਹੋਣਾ, ਤੈਨੂੰ ਇਹ ਵੀ ਟਾਈਮ ਨਹੀਂ ਮਿਲਣਾ, ਸੁਣ ਤਾਂ ਲੈ। ਹੂੰ। ਫਿਰ ਸੱਤ ਕਰਕੇ ਸੁਣਦੇ ਰਹੇ, ਹੂੰ। ਗੱਲਾਂ ਬਾਤਾਂ ਮਿਲਣੀ ਸਾਡੀ ਆ ਹੋਈ। ਹੂੰ। ਤੇ ਫਿਰ ਤੁਸੀਂ ਉੱਥੋਂ ਕਿਵੇਂ ਤੁਸੀਂ ਘਰ ਪਹੁੰਚ ਗਏ ਸੀਗੇ 6 ਤੋਂ ਬਾਅਦ, ਜਾਂ ਕਿਸ ਤਰ੍ਹਾਂ ਦਾ ਮੰਜ਼ਰ ਸੀ ਅੱਗੇ ਜੀ? ਉੱਥੇ ਅਸੀਂ ਘਰ ਤਾਂ ਕਿੱਥੇ ਪਹੁੰਚਣਾ ਸੀ, ਇਹਨਾਂ ਤਾਂ ਸੜਕਾਂ ਨਹੀਂ ਚੱਲਣ ਦਿੱਤੀਆਂ, ਜੀ। ਆਵਾਜਾਈ ਠੱਪ। ਉੱਥੋਂ ਫਿਰ ਜਦੋਂ ਇਹਨਾਂ ਨੇ ਸਾਰਾ ਆਪਰੇਸ਼ਨ ਕਰਕੇ, ਮੇਰਾ ਖਿਆਲ 7 ਤਰੀਕ ਦੀ ਸ਼ਾਮ ਨੂੰ ਕਿ ਇਹਨਾਂ ਨੇ ਢਿੱਲ ਦਿੱਤੀ ਥੋੜੀ ਜੀ। ਜਿਹੜੇ ਹੂੰ। ਨਾਲ ਸਿੰਘ ਸੀ ਜਾਂ ਉਹ ਸੁਣਦੇ ਸੀ ਰੇਡੀਓ ਦੇ ਉੱਤੇ ਵੀ 4 ਘੰਟੇ ਦਾ ਜਿਹੜਾ ਕਰਫਿਊ ਦੀ ਢਿੱਲ ਦਿੱਤੀ ਹੈ। ਤੇ ਉਦੋਂ ਫਿਰ ਜਿਹੜੀਆਂ ਕੋਈ ਬਚੇ ਬਚਾਏ ਸੀ ਆਸੇ ਪਾਸੇ ਬੈਠੇ ਸੀ, ਉਹ ਉਦੋਂ ਥੋੜਾ ਜਿਹਾ ਦੂਰ ਹੋਣਾ ਚਾਹੁੰਦੇ ਸੀ ਵੀ ਕੰਪਲੈਕਸ ਚੋਂ ਥੋੜੇ ਦੂਰ ਹੋ ਜਾਈਏ, ਤੇ ਉਹ ਕਹਿਣ ਚੱਲੀਏ ਆਪਾਂ ਵੀ। ਮੈਂ ਆਖਾਂ ਵੀ ਆਪਾਂ ਕਿਵੇਂ ਚੱਲੀਏ, ਵੀ ਅੰਦਰ ਜਾ ਕੇ ਪਹਿਲਾਂ ਪਤਾ ਕਰੀਏ ਵੀ ਕੀ ਗੱਲ ਕੀ ਹੈ, ਕਿੱਥੋਂ ਤੱਕ ਹੈ, ਕੋਈ ਸਾਡਾ ਰਹਿ ਗਿਆ ਕਿ ਨਹੀਂ, ਕੀ ਹੋਇਆ। ਉਹ ਮੈਂ ਇਹਨਾਂ ਕੰਮਾਂ ਤੋਂ ਅਣਜਾਣ ਸਾਂ ਵੀ ਸਾਨੂੰ ਕੀ ਉਹਨਾਂ ਨੇ ਆਖਣਾ, ਅਸੀਂ ਕਿਹੜਾ ਜੰਗ ਲੜਦੇ ਆ ਜਾਂ ਸਾਨੂੰ ਕੋਈ ਹੈ ਨਾ। ਪਰ ਉਹਨਾਂ ਨੂੰ ਪਤਾ ਸੀ ਵੀ ਅੰਦਰ ਕਿਸੇ ਨੇ ਨੂੰ ਜਾਣ ਦੇਣਾ, ਜਿਹੜਾ ਕੋਈ ਉਹਨਾਂ ਨੂੰ ਦਿਸਦਾ ਉਹਦੇ ਚਿੜੀ ਨਹੀਂ ਫੜਕਣ ਦਿੱਤੀ ਉਹਨਾਂ ਨੇ। ਹੂੰ। ਉਹ ਵੀ ਵਿਚਾਰੇ ਮੇਰੇ ਕੋਲ ਬੈਠੇ ਰਹੇ। ਪਰ ਜਦੋਂ 1 ਘੰਟਾ ਰਹਿ ਗਿਆ, 3 ਘੰਟੇ ਲੰਘ ਗਏ, ਉਹਨਾਂ ਨੇ ਮੈਨੂੰ ਕੰਪੈਲ ਕੀਤਾ ਵੀ ਬੀਬੀ ਜੀ ਆਪਾਂ ਨੂੰ ਜਾਣਾ ਚਾਹੀਦਾ ਹੈ, ਤੁਸੀਂ ਸਾਡੇ ਨਾਲ ਸਾਡੀ ਗੱਲ ਮੰਨੋ, ਆਪਾਂ ਥੋੜੇ ਦੂਰ ਹੋ ਜਾਈਏ, ਜਦੋਂ ਤੁਸੀਂ ਚਾਹੋਗੇ ਅਸੀਂ ਤੁਹਾਨੂੰ ਇੱਥੇ ਲੈ ਆਵਾਂਗੇ। ਹੂੰ। ਪਰ ਮੈਂ ਉਹਨਾਂ ਵੱਲ ਨਿਗਾਹ ਮਾਰਾਂ ਵੀ ਮੈਨੂੰ ਕਹਿੰਦੇ ਤਾਂ ਹੈਗੇ, ਪਰ ਇਹਨਾਂ ਦਾ ਅੰਦਰ ਕੋਈ ਨਹੀਂ, ਇਹਨਾਂ ਨੂੰ ਤਾਂ ਖਿੱਚ ਨਹੀਂ ਗਈ, ਤੇ ਮੈਂ ਕਿਵੇਂ ਜਾਵਾਂ ਹਨਾ। ਪਰ ਮੈਨੂੰ ਉਹਨਾਂ ਨੇ ਕੰਪੈਲ ਕੀਤਾ। ਚਲੋ ਮੈਂ ਉਹਨਾਂ ਦੇ ਆਖੇ ਲੱਗ ਗਈ, ਮੈਂ ਕਿਹਾ ਚਲੋ ਫਿਰ ਮੇਰੇ ਨਾਲ ਆਓਗੇ? ਕਹਿੰਦੇ ਹਾਂ ਜ਼ਰੂਰ। ਮੈਂ ਅਸੀਂ ਉੱਥੋਂ ਬਾਹਰ ਹੋਏ ਤੇ ਸਿੰਘ ਸਾਹਿਬ ਰਾਮ ਸਿੰਘ, ਰਾਗੀ ਰਾਮ ਸਿੰਘ ਦੇ ਸਹੁਰਿਆਂ ਦੇ ਘਰ ਅਸੀਂ ਫਿਰ ਆ ਗਏ ਜੀ। ਹੂੰ। ਉਹ ਮੰਨਾ ਚੌਂਕ ਦੇ ਵਿੱਚ ਉਹਨਾਂ ਦਾ ਘਰ ਆ, ਹੂੰ। ਹੂੰ। ਅੰਮ੍ਰਿਤਸਰ ਸਾਹਿਬ। ਉੱਥੇ ਫਿਰ ਅਸੀਂ 2 ਕੁ ਦਿਨ ਉੱਥੇ ਰਹੇ ਉਹਨਾਂ ਦੇ ਘਰੇ। ਹੂੰ। ਉਦੋਂ ਵੀ ਕਰਫਿਊ ਜਾਰੀ ਸੀ। ਉੱਥੋਂ ਫਿਰ ਅਸੀਂ ਵੀਰ ਬਿਕਰਮਾ ਜੀ ਦੇ ਡੇਰੇ ਦੇ ਵਿੱਚ, ਜਿਵੇਂ ਹੂੰ। ਜਿਵੇਂ ਮੈਨੂੰ ਕੋਈ ਅਗਾਂਹ ਲੈਣ ਆਉਂਦੇ ਰਹੇ ਆ ਵੀ ਆ ਜਾਓ ਤੁਸੀਂ ਉਹਨਾਂ ਦੇ ਨਾਲ ਪਰਿਵਾਰ, ਫਿਰ 2 ਦਿਨ ਉੱਥੇ ਰਹੇ ਜੀ। ਤੁਹਾਨੂੰ ਖਬਰ ਕਿਵੇਂ ਰੇਡੀਓ ਤੋਂ ਪਤਾ ਲੱਗੀ ਸੀ ਕਿ ਕੋਈ ਨਹੀਂ ਰਿਹਾ ਅਕਾਲ ਤਖਤ ਸਾਹਿਬ ਤੇ ਸਭ? ਨਹੀਂ, ਉਦੋਂ ਸਾਨੂੰ ਇਸ ਗੱਲ ਦਾ ਨਹੀਂ ਸੀ, ਉਹ ਤਾਂ
ਵੀ ਪਤਾ ਵੇਖਿਆ ਹੀ ਨਹੀਂ ਕੁਛ। ਪਰ ਮੈਨੂੰ ਇਹ ਲੱਗਦਾ ਸੀ ਵੀ ਜੋ ਉਹਨਾਂ ਦੇ ਮਨ 'ਚ ਸੀ ਵੀ ਅਸੀਂ ਸ਼ਹੀਦ ਹੋ ਜਾਣਾ, ਬਚਿਆ ਨਹੀਂ ਕੋਈ ਹੁਣ। ਵੀ ਉਹਨਾਂ ਦੀ ਜਿਹੜਾ ਨਿਸ਼ਚਾ ਸੀ, ਉਹ ਜੋ ਇਹਨਾਂ ਦਾ ਟੀਚਾ ਸੀ ਵੀ ਅਸੀਂ ਅੱਗੋਂ ਜੰਗ ਲੜਨਾ, ਤੇ ਜੇ ਜੰਗ ਲੜਨਾ ਤੇ ਤੋਪਾਂ ਅੱਗੇ ਤਾਂ ਫਿਰ ਸ਼ਹੀਦ ਹੀ ਹੋਣਾ, ਹੋਰ ਕੀ ਹੋਣਾ। ਟੈਂਕਾਂ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ। ਤੇ ਮਨ ਦੇ ਵਿੱਚ ਵਿਚਾਰ ਕਰਦੀ ਸਾਂ, ਪਰ ਜਿਹੜਾ ਮੇਰੇ ਕੋਲ ਆਉਂਦਾ ਸੀ ਉਹ ਪਤਾ ਨਹੀਂ ਮੈਨੂੰ ਹੌਸਲਾ ਦੇਣ ਵਾਸਤੇ ਕਹਿੰਦੇ ਭਾਈ ਸਾਹਿਬ ਚੜ੍ਹਦੀ ਕਲਾ 'ਚ। ਜਿਹੜਾ ਜਿਹੜਾ ਮਿਲਦਾ ਸੀ ਸ਼ਾਇਦ ਉਹ ਆਪਣੇ ਕੋਲੋਂ ਹੀ ਬਣਾਈ ਜਾਂਦੇ। ਫਿਰ 2 ਦਿਨ ਉੱਥੇ ਰਹੇ ਜੀ। ਫਿਰ ਸਾਡੀ ਭੈਣ ਹੈ ਖਾਲਸਾ ਕਾਲਜ, ਇਹਨਾਂ ਦੀ ਭੈਣ ਬਣੀ ਸੀ ਜੀਤੋ, ਉਹ ਆ ਕੇ ਮੈਨੂੰ ਲੈ ਕੇ ਗਈ। ਏਦਾਂ ਟਾਈਮ ਪਾਸ ਹੋਇਆ ਉਦੋਂ। ਫਿਰ ਵੈਸੇ ਤਾਂ ਚਲੋ ਕਿਉਂਕਿ ਇੱਕ ਮਸਲਾ ਸੀਗਾ, ਪਰ ਪਰਸਨਲੀ ਵੀ ਤੁਹਾਨੂੰ ਕਦੇ ਨਿੱਜੀ ਤੌਰ ਦੇ ਉੱਤੇ ਉਹਨਾਂ ਦੀ ਘਾਟ ਰੜਕਦੀ ਰਹੀ, ਕਿਉਂਕਿ ਤੁਹਾਡੇ ਲਈ ਜੀਵਨ ਬੜਾ ਸੰਘਰਸ਼ਮਈ ਸੀ। ਘਾਟਾਂ ਤਾਂ ਅਜੇ ਤੱਕ ਰੜਕਦੀਆਂ ਜੀ। ਇਹ ਗ੍ਰਿਸ਼ਤ ਮਾਰਗ ਜਿਹੜਾ ਇਹ 2 ਪਹੀਆਂ ਤੋਂ ਬਗੈਰ ਇਹ ਗੱਡੀ ਚੱਲਦੀ ਨਹੀਂ। ਪਰ ਚਲੋ ਮਹਾਰਾਜ ਦੀ ਮਿਹਰ ਰਹੀ, ਵਾਹਿਗੁਰੂ ਨੇ ਆਪ ਹੀ ਹੱਥ ਦੇ ਕੇ ਰੱਖ ਲਿਆ, ਸੱਚੇ ਪਾਤਸ਼ਾਹ। ਫਿਰ ਤੁਹਾਨੂੰ ਪਹਿਲੀ ਵਾਰ ਪਤਾ ਕਦੋਂ ਲੱਗਿਆ ਇਸ ਗੱਲ ਦਾ? ਜਿਵੇਂ ਤੁਸੀਂ ਕਿਹਾ ਕਿ ਸਾਰੇ ਕਹੀ ਗਏ ਚੜ੍ਹਦੀ ਕਲਾ 'ਚ ਨੇ, ਪਤਾ ਕਦੋਂ ਲੱਗਿਆ? ਕੁਛ ਇੱਕ ਜੀ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸਾਹਿਬ ਇੱਕ ਨਿਹੰਗ ਸਿੰਘ ਸੇਵਾਦਾਰ ਸੀ, ਉਹ ਸਾਨੂੰ ਮਿਲਿਆ ਤੇ ਕਹਿੰਦਾ ਵੀ ਜਦੋਂ ਸੰਤ ਜਰਨੈਲ ਸੋਹਰਾਂ ਦੀ ਲਾਸ਼ ਤੇ ਭਾਈ ਅਮਰੀਕ ਸਿੰਘ ਦੀ, ਇੱਕ ਜਨਰਲ ਸ਼ਬੇਗ ਸਿੰਘ ਦੀ ਸੀ, ਪਤਾ ਨਹੀਂ ਬਾਬਾ ਠਾਰਾ ਸਿੰਘ ਦੀ ਸੀ, 3 ਲਾਸ਼ਾਂ ਲੈ ਕੇ। ਤੇ ਇਹ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਅੱਗੇ ਨਾ ਗੱਡੀ ਖੜੀ ਕੀਤੀ, ਸਿੱਖ ਫੌਜੀ ਸੀ ਉਹ। ਤੇ ਉਹਨਾਂ ਉੱਥੇ ਗੱਡੀ ਖਿਲਾਰ ਕੇ ਤੇ ਅੰਦਰ ਗਿਆ ਜਿੱਥੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ। ਤੇ ਉੱਥੇ ਜਾ ਕੇ ਉਹਨਾਂ ਨੇ ਇਹ ਆਖਿਆ ਵੀ ਅਸੀਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ, ਉਹ ਕਿਤੇ ਨੇ ਜੀ ਜਿੱਥੇ ਸੰਸਕਾਰ ਕਰਦੇ ਸਾਰੀ ਦੁਨੀਆ ਦਾ, ਜਾਂ ਅੰਮ੍ਰਿਤਸਰ ਦੇ ਉਹ ਸਮਝ ਲਓ, ਤੇ ਉੱਥੇ ਜਾ ਕੇ ਸੰਸਕਾਰ ਕਰਨਾ ਹੈ, ਤੇ ਕੋਈ ਸਾਡੇ ਨਾਲ ਜਾ ਸਕਦਾ ਸਿੰਘ ਅਰਦਾਸ ਕਰਨ ਵਾਸਤੇ ਜਾਂ ਕੀਰਤਨ ਸੋਲਾ ਪੜ੍ਹਨ ਵਾਸਤੇ, ਕੋਈ ਜਾ ਸਕਦਾ? ਕਹਿੰਦੇ ਵੀ ਮੈਂ ਉਦੋਂ ਸੇਵਾਦਾਰ ਸੀ, ਤੇ ਮੈਨੂੰ ਦੂਜੇ ਕਹਿੰਦੇ ਵੀ ਤੂੰ ਚਲਾ ਜਾ। ਕਹਿੰਦੇ ਵੀ ਮੈਨੂੰ ਨਹੀਂ ਡਰ ਲੱਗਾ। ਮੈਂ ਆਖਿਆ ਵੀ ਚਲੋ ਮੈਂ ਚੱਲਦਾ ਤੁਹਾਡੇ ਨਾਲ। ਉਹਨੇ ਸੋਚਿਆ ਵੀ ਮੈਂ ਚੱਲਿਆ ਤਾਂ ਹੈਗਾ, ਤੇ ਪਰ ਮੈਂ ਸ਼ਹੀਦਾਂ ਨੂੰ ਕੀ ਅਰਪਿਤ ਕਰੂੰਗਾ, ਕੀ ਫੁੱਲ ਭੇਟ ਕਰੂੰਗਾ। ਕਹਿੰਦਾ ਮੈਨੂੰ ਕੋਈ ਚੀਜ਼ ਨਹੀਂ ਲੱਭੀ, ਤੇ ਮੈਂ ਜੱਗ ਫੜ ਕੇ, ਇੱਕ ਜੱਗ ਸੀ ਪਾਣੀ ਵਾਲਾ, ਉਹ ਮੈਂ ਸਾਫ਼ ਕੀਤਾ ਫਟਾਫਟ। ਮੈਂ ਜੱਗ ਜਿਹੜਾ ਸੀ ਉਹ ਘਿਓ ਨਾਲ ਭਰ ਲਿਆ, ਤੇ ਜਿੱਥੇ ਜੋਤ ਜਗਾਉਂਦੇ ਸੀ ਤੇ ਉਹ ਥੱਲੇ ਘਿਓ ਬਹੁਤ ਸੀ, ਤੇ ਮੈਂ ਉਹ ਜੱਗ ਜਿਹੜਾ ਸੀ ਉਹ ਘਿਓ ਨਾਲ ਭਰ ਕੇ ਤੇ ਹੱਥ 'ਚ ਫੜ ਲਿਆ। ਉਹਨਾਂ ਫੌਜੀਆਂ ਨੇ ਮੈਨੂੰ ਗੱਡੀ 'ਚ ਬਿਠਾ ਲਿਆ, ਤੇ ਜਿੱਥੇ ਸਤਿਕਾਰ ਕਰਨਾ ਸੀ ਉੱਥੇ ਜਾ ਕੇ ਉਹਨਾਂ ਨੇ ਲਾਸ਼ਾਂ ਪਾ ਕੇ ਉੱਥੇ, ਮਤਲਬ ਮੈਨੂੰ ਕਹਿੰਦੇ ਵੀ ਜਾ ਕੇ ਤੇ ਕੀਰਤਨ ਸੋਲਾ ਪੜ੍ਹ ਤੇ ਜਾਂ ਅਰਦਾਸ ਕਰ। ਕਹਿੰਦਾ ਮੈਂ ਜਦੋਂ ਬਾਹਰ ਨਿਕਲਿਆ ਉਹਨਾਂ ਚਿਰ ਨੂੰ ਇੱਕ ਟੁਕੜੀ ਜਿਹੜੀ ਹੈ ਉਹ ਫੌਜ ਦੀ ਹੋਰ ਆ ਗਈ। ਉਹ ਆ ਕੇ ਉਹਨਾਂ ਨੂੰ ਗੁੱਸੇ ਹੋਣ ਲੱਗ ਪਏ ਵੀ ਇਹ ਸਾਡੇ ਵੈਰੀ, ਇਹਨਾਂ ਨੇ ਸਾਡਾ ਕਿੰਨਾ ਨੁਕਸਾਨ ਕੀਤਾ, ਤੇ ਤੁਸੀਂ ਇਹਨਾਂ ਦੀਆਂ ਰਸਮਾਂ ਅਦਾ ਕਰ ਰਹੇ ਜੇ, ਮੈਂ ਗੋਲੀ ਮਾਰ ਦੂੰਗਾ। ਇਹ ਕੌਣ ਲਿਆਂਦਾ ਤੁਸੀਂ? ਕਹਿੰਦਾ ਬਾਣਾ ਵੀ ਉਹਦਾ ਸਿੰਘਾਂ ਵਾਲਾ ਸੀ। ਤੇ ਉਹ ਫਿਰ ਫੌਜੀਆਂ ਨੇ ਆਖਿਆ ਵੀ ਬਾਬਾ ਜੀ ਤੁਸੀਂ ਭੱਜ ਕੇ ਨਾ ਗੱਡੀ 'ਚ ਵੜ ਜਾਓ, ਇਹਨਾਂ ਤੁਹਾਨੂੰ ਮਾਰ ਦੇਣਾ, ਤੁਸੀਂ ਅੰਦਰ ਬਹਿ ਕੇ ਹੀ ਉਹ ਕੀਰਤਨ ਸੋਲਾ ਪੜ੍ਹੋ, ਤੇ ਉੱਥੇ ਹੀ ਅਰਦਾਸ ਕਰ ਦਿਓ ਸਾਡੀ ਗੱਡੀ 'ਚ। ਫਿਰ ਕਹਿੰਦਾ ਮੈਂ ਉਹ ਘਿਓ ਉਹਨਾਂ ਨੂੰ ਫੜਾਇਆ, ਉਹਨਾਂ ਨੇ ਉਹ ਘਿਓ ਪਾਇਆ, ਤੇ ਮੈਨੂੰ ਉਹਨਾਂ ਨੇ ਗੱਡੀ ਵਿੱਚ ਬਿਠਾਤਾ। ਤੇ ਜਦੋਂ ਉਹਨੇ ਸਾਰੀਆਂ ਗੱਲਾਂ ਬਾਤਾਂ, ਉਹਨੇ ਫਿਰ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੀਆਂ ਲਾਸ਼ਾਂ ਇਹ ਕਿਹਨਾਂ ਦੀਆਂ ਲੈ ਕੇ ਆਏ ਜੀ? ਉਹ ਕਹਿੰਦੇ ਵੀ ਇਹ ਸੰਤ ਜਰਨੈਲ ਸਿੰਘ ਦੀ ਹੈ।
ਇੱਕ ਭਾਈ ਅਮਰੀਕ ਸਿੰਘ ਦੀ ਹੈ, ਇੱਕ ਜਨਰਲ ਸ਼ਬੀਕ ਸਿੰਘ ਦੀ। ਇਹ ਤਿੰਨਾਂ ਲਾਸ਼ਾਂ ਦਾ ਉਹਨਾਂ ਨੇ ਉੱਥੇ ਸੰਸਕਾਰ ਕੀਤਾ। ਤੇ ਏਦਾਂ ਫਿਰ ਮੈਨੂੰ ਹੌਲੀ ਹੌਲੀ ਇਹ ਪਤਾ, ਜਿਵੇਂ ਜਿਵੇਂ ਮਿਲਦੇ ਰਹੇ ਇਹ ਪਤਾ ਲੱਗਾ। ਫਿਰ ਮੇਰੇ ਮਨ 'ਚ ਹੋ ਗਈ ਵੀ ਠੀਕ ਹੈ ਭਾਈ, ਮਹਾਰਾਜ ਨੂੰ ਪਿਆਰੇ ਹੋ ਗਏ। ਪਰ ਮੈਨੂੰ ਪਹਿਲਾਂ ਵੀ ਇਹ ਡਾਊਟ ਸੀ ਵੀ ਜਦੋਂ ਮੈਨੂੰ ਉਹ ਆ ਕੇ ਆਉਂਦੇ ਹੁੰਦੇ ਚੜ੍ਹਦੀ ਕਲਾ, ਤਾਂ ਮੈਂ ਮੰਨਦੀ ਨਹੀਂ ਸੀ ਵੀ ਚੜ੍ਹਦੀ ਕਲਾ ਜਿਹੜੀ ਮੈਨੂੰ ਪਤਾ ਉਹਨਾਂ ਦੀ ਕਿਹੜੀ ਚੜ੍ਹਦੀ ਕਲਾ ਸੀ। ਤੇ ਤੁਸੀਂ ਵੀ ਜਿਵੇਂ ਭੈਣ ਜੀ ਹੋਰੀ ਕਹਿੰਦੇ ਸੀ ਕਿ ਉਹ ਕਮਰਾ ਜਿੱਥੋਂ ਆਖਰੀ ਵਾਰ ਵਿਛੜੇ ਜਾ ਕੇ ਨਤਮਸਤਕ ਹੁੰਦੇ ਨੇ, ਬਹੁਤ ਸਾਰੀਆਂ ਥਾਵਾਂ ਤੁਹਾਡੇ ਤਾਂ ਬਹੁਤ ਕੁਝ ਯਾਦ ਹੋਣਾ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ 16 ਤੱਕ ਤੁਸੀਂ ਇੱਥੇ ਰਹੇ ਹੋ, ਤੁਸੀਂ ਜਾਂਦੇ ਰਹੇ ਹੋ ਉਹਨਾਂ ਥਾਵਾਂ ਤੇ ਜਾਂ ਨਹੀਂ? ਉਦੋਂ ਤਾਂ ਇਹਨਾਂ ਨੇ ਮੇਰਾ ਆਪ ਦਾ ਕਬਜ਼ਾ ਰੱਖਿਆ ਸੀ। ਤੇ ਉਦੋਂ ਨਹੀਂ ਜਾਣ ਦਿੱਤਾ, ਨਾ ਅਸੀਂ ਗਏ ਆ। ਤੇ ਜਿਨ੍ਹਾਂ ਦੇ ਘਰ ਵੀ ਰਹਿੰਦੇ ਸੀ ਉਹ ਵੀ ਚਾਹੁੰਦੇ ਸੀ ਵੀ ਕਿਤੇ ਸਾਨੂੰ ਨਾ ਪੁੱਛ ਗਿੱਛ ਹੋਵੇ, ਅੰਦਰ ਹੀ ਰਵੋ ਤੁਸੀਂ। ਹਾਂਜੀ, 2 ਵਾਰੀ ਬਾਬੇ ਦੀਪ ਸਿੰਘ ਦੇ ਮੱਥਾ ਟੇਕ ਕੇ ਆਇਆ ਸੀ, ਤੇ ਬਾਕੀ ਹਰਿਮੰਦਰ ਸਾਹਿਬ ਨਹੀਂ ਸੀਗੇ। ਬਾਅਦ ਚੋਂ ਜਾਂਦੇ ਰਹੇ ਜੀ? ਹਾਂਜੀ, ਬਾਅਦ ਚ ਜਾਂਦੇ ਰਹੇ। ਉਹਨਾਂ ਥਾਵਾਂ ਤੇ ਵੀ ਜਿੱਥੇ ਭਾਈ ਸਾਹਿਬ ਦੇ ਨਾਲ ਹੁੰਦਾ, ਇੱਕ ਯਾਦਾਂ ਤੇ ਹੁੰਦੀਆਂ ਹੀ ਨੇ ਕਿ ਤੁਹਾਡੀਆਂ ਯਾਦਾਂ ਸੀ। ਮੈਂ ਤਾਂ ਅਜੇ ਤੱਕ ਬੱਚਿਆਂ ਨੂੰ ਵਿਖਾ ਕੇ ਲਿਆਉਣੀ ਆ ਉੱਥੇ। ਇੱਥੇ ਬਹਿ ਕੇ ਫੈਡਰੇਸ਼ਨ ਦੇ ਜਿਹੜੇ ਸੰਘਰਸ਼ ਦੇ ਫੈਸਲੇ ਹੁੰਦੇ ਸੀ। ਕਿਹੜੀਆਂ ਕਿਹੜੀਆਂ ਥਾਵਾਂ ਸੀ ਉਹ? ਇੱਕ ਗੁਰੂ ਰਾਮਦਾਸ ਲੰਗਰ ਹਾਲ ਹੈ ਜੀ, ਜਿੱਥੋਂ ਪੌੜੀਆਂ ਤਾਂ ਨੂੰ ਚੜ੍ਹਦੀਆਂ, ਉਹਦੇ ਥੱਲੇ ਕਮਰਾ ਬਣਿਆ ਜੀ। ਤੇ ਉਹਦੇ ਨਾਲ ਇੱਕ ਛੋਟੀ ਜਿਹੀ ਰਸੋਈ ਜਿਹਦੇ ਵਿੱਚ ਬੰਦਾ ਖੜੋ ਕੇ ਹੀ ਕੰਮ ਕਰ ਸਕਦਾ। ਉਹਦੇ ਵਿੱਚ ਫੈਡਰੇਸ਼ਨ ਦੀ ਚਾਹ ਪਾਣੀ, ਜਿਹੜਾ ਦੁੱਧ ਪਾਣੀ ਜਿੰਨਾ ਛਕਣਾ ਹੁੰਦਾ ਸੀ। ਤੇ ਜਿਹੜਾ ਛੋਟਾ ਜਿਹਾ ਕਮਰਾ ਆ ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਟੈਲੀਫੋਨ ਰੱਖ ਕੇ ਤੇ ਮੁੰਡੇ ਬੈਠੇ ਹੁੰਦੇ ਸੀ। ਹੋਰ ਕੋਈ ਥਾਵਾਂ ਜਿਹੜੀਆਂ ਥਾਵਾਂ ਤੇ ਅਕਸਰ ਉਹ ਵਿਚਰਦੇ ਸੀਗੇ? ਅਕਾਲ ਤਖਤ ਸਾਹਿਬ ਤੇ ਤਾਂ ਹੁੰਦੀ ਸੀ, ਉਹ ਤੋਂ ਬਿਨਾਂ ਇਹ ਤਾਂ ਪੁੱਛਦੇ ਹੀ ਰਹੀਦਾ। ਹੁਣ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਇਹ ਵੀ ਪੁੱਛਿਆ, ਜਿਹੜੇ ਨਿਕਲੇ ਵਿੱਚੋਂ ਉਹ ਕਹਿੰਦੇ ਵੀ ਇਹ ਜਿਹੜੇ ਨਿਸ਼ਾਨ ਸਾਹਿਬ 2 ਨੇ, ਮੀਰੀ ਤੇ ਪੀਰੀ ਦੇ, ਇਹਨਾਂ ਦੇ ਵਿਚਕਾਰ ਉਹਨਾਂ ਦੀ ਸ਼ਹੀਦੀ ਹੋਈ ਹੈ। ਅਜੇ ਤੱਕ ਵੀ ਉੱਥੇ ਮੱਥਾ ਟੇਕੀਦਾ, ਬੱਚਿਆਂ ਨੂੰ ਵੀ ਲੈ ਕੇ ਜਾਈਦਾ, ਦੱਸੀਦਾ ਵੀ। ਜਿਹੜੀ ਯਾਦਗਾਰ ਬਣੀ ਹੈ ਉੱਥੇ ਬਣੀ ਹੈ ਜਿੱਥੇ ਸ਼ਹੀਦਾਂ ਦੇ ਸਾਹਮਣੇ, ਜਿੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ, ਜਰਨੈਲ ਸੋਨੇ, ਭਾਈ ਅਮਰੀਕ ਸੋਨੇ। ਤੇ ਕੀ ਪੰਥਕ ਜਥੇਬੰਦੀਆਂ ਦਾ ਜਾਂ ਕਹੀਏ ਪੰਥ ਦਾ ਸਹਿਯੋਗ ਰਿਹਾ ਤੁਹਾਨੂੰ? ਕਾਹਦਾ ਸੰਯੋਗ ਚਾਹੁੰਦੇ ਤੁਸੀਂ ਦੱਸੋ? ਨਹੀਂ, ਮੈਂ ਕਿਹਾ ਪੰਥ ਦਾ ਸਹਿਯੋਗ ਰਿਹਾ ਤੁਹਾਨੂੰ ਜੀ ਬਾਅਦ ਚੋਂ, ਮਤਲਬ ਇੱਕ ਮੋਰਲ ਸਹਿਯੋਗ ਹੁੰਦਾ ਤੁਹਾਨੂੰ, ਕਦੇ ਕਿਸੇ ਨਿਰਾਸ਼ਾ ਤਾਂ ਨਹੀਂ ਹੋਈ ਕਿਸੇ ਗੱਲ ਦੀ? ਯਾਨੀ ਪੰਥਕ ਜਥੇਬੰਦੀਆਂ ਦਾ ਟਕਸਾਲ ਨਾਲ ਤਾਂ ਤੁਸੀਂ ਜੁੜੀ ਰਹੇ, ਸਹਿਯੋਗ ਲਗਾਤਾਰ ਮਿਲਦਾ ਰਿਹਾ, ਕਿਉਂਕਿ ਤੁਸੀਂ ਇਕੱਲੇ ਸੀ, ਮੈਂ ਤਾਂ ਪੁੱਛ ਰਿਹਾ ਜੀ। ਠੀਕ ਹੈ, ਸਾਡੇ ਨਾਲ ਸਾਰੇ ਪਿਆਰ ਕਰਦੇ ਸੀ, ਅਸੀਂ ਵੀ ਆਇਆਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਸੀ। ਸਾਡੇ ਭਰਾ ਸੀ, ਉਹ ਵੀ ਵਿੱਚ ਚਲੋ ਯੋਗਦਾਨ ਆਪਣਾ ਆਪਣਾ ਸਾਰੇ ਪਾਉਂਦੇ ਰਹੇ। ਮੈਂ ਅਜੇ ਵੀ ਜਿੰਨੇ ਫੈਡਰੇਸ਼ਨ ਦੇ ਪਿਛਲੇ ਮੁੰਡੇ ਸੀ ਵਿਚਾਰੇ, ਚਲੋ ਜੰਗਾਂ ਲੜਦੀਆਂ, ਕੁਦਰਤੀ ਕਿਸੇ ਦੀ ਜਾਨ ਬਚ ਗਈ, 5-5 ਸਾਲ ਜੋਧਪੁਰ ਰਹਿ ਕੇ ਆਏ ਆ, ਤੇ ਮੈਨੂੰ ਉਹ ਜਦੋਂ ਮਿਲਦੇ ਆ ਮੈਨੂੰ ਅਜੇ ਵੀ ਲੱਗਦਾ ਵੀ ਇਹ ਸਾਡੇ ਆ। ਕਿਤੇ ਨਾ ਕਿਤੇ ਅਸੀਂ ਇਕੱਠਿਆਂ ਨੇ ਸਫ਼ਰ ਕੀਤਾ ਤੇ ਬੜਾ ਪਿਆਰ ਮਿਲਿਆ। ਬਾਬੇ ਠਾਕੁਰ ਸਰਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਉਹਨਾਂ ਤੇ ਸਾਨੂੰ ਬਹੁਤ ਪਿਆਰ ਕੀਤਾ। ਕੁਛ ਕਹਿਣਾ ਚਾਹੁੰਦੇ ਹੋ ਨਵੀਂ ਪੀੜ੍ਹੀ ਨੂੰ, ਜਾਂ ਤੁਸੀਂ ਇਤਿਹਾਸ 'ਚ ਕੀ ਦੇਖਿਆ, ਵਰਤਮਾਨ 'ਚ ਆਪਾਂ ਬੈਠੇ ਹਾਂ, ਭਵਿੱਖ 'ਚ ਕੀ ਕਰਨਾ ਚਾਹੀਦਾ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਸਿੱਖ ਪਰਿਵਾਰ ਜਾਂ ਜਿਹੜੇ ਵੀ ਹੈ, ਸਾਡੇ ਨਾਲ ਤਾਂ ਹਿੰਦੂ ਵੀਰ ਵੀ ਉੱਦਾਂ ਹੀ ਵਰਤਦੇ ਆ ਜਿਵੇਂ ਸਿੱਖ ਵਰਤਦੇ ਆ।
ਹੂੰ ਤਰਲੋਚਨ ਸਿੰਘ ਦੇ ਨਾਲ, ਮੇਰੇ ਬੇਟੇ ਦੇ ਨਾਲ ਹਿੰਦੂਆਂ ਦੇ ਬੱਚੇ ਜਿਹੜੇ ਨੇ ਉਹ ਫਰੈਂਡ ਰਹੇ ਆ। ਹੂੰ ਉਹਨਾਂ ਨੇ ਸਿੱਖੀ ਧਾਰਨ ਕਰਕੇ ਤੇ ਅੱਜ ਵੀ ਉਹ ਕੇਸ ਅੰਮ੍ਰਿਤ ਛਕ ਕੇ ਵੱਡੇ ਵੱਡੇ ਦਾੜੇ ਆ ਤੇ ਉਹ ਬਾਹਰ ਬੈਠੇ ਆ। ਹੂੰ ਤੇ ਵਧੀਆ, ਸਾਡੇ ਨਾਲ ਸਾਰੇ ਸਾਰੇ ਵਧੀਆ ਰਹੇ ਜੀ, ਜੀ। ਕੋਈ ਕਿਉਂਕਿ ਸੁਨੇਹਾ ਸਾਡੀ ਦੇਣਾ? ਭਾਵਨਾਵਾਂ ਕਿਸੇ ਨਾਲ ਕੋਈ ਵਿਰੋਧ ਹੀ ਜੀ ਨਹੀਂ ਹੈ। ਜੀ ਜੀ। ਇਹ ਚਲੋ ਉਹਨਾਂ ਨੇ ਆਪਦੀਆਂ ਹੱਕਾਂ ਲਈ ਇਹ ਸੰਘਰਸ਼ ਵਿੱਢਿਆ ਸੀ ਤੇ ਉਹ ਸੰਘਰਸ਼ ਇੱਥੋਂ ਤੱਕ ਪਹੁੰਚ ਗਿਆ ਵੀ ਪਤਾ ਨਹੀਂ ਹੁਣ ਇਹ ਕਿੱਦਾਂ ਹੋਇਆ। ਵੀ ਏਜੰਸੀਆਂ ਨੇ ਇੱਥੋਂ ਤੱਕ ਖਰਾਬ ਕੀਤਾ ਜਾਂ ਕਿੱਦਾਂ, ਵੀ ਉਹਨਾਂ ਦੀ ਕੋਈ ਕਿਸੇ ਨਾਲ ਜੰਗ ਕਰਨ ਦੀ ਜਾਂ ਕਿਸੇ ਨਾਲ ਕਿਸੇ ਕੌਮ ਨਾਲ ਵਿਰੋਧ ਨਹੀਂ ਸੀ। ਹੂੰ ਛੋਟੀ ਜਿਹੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ। ਜੀ ਤੁਹਾਡੇ ਭਾਈ ਸਾਹਿਬ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸੀ। ਜੀ। ਸੰਤ ਬਾਬਾ ਜਰਨੈਲ ਸੋਹਰੀ ਕਹਿੰਦੇ ਵੀ ਭਾਈ ਅਮਰੀਕ ਸਿੰਘ ਵੀ ਤੂੰ ਉੱਥੋਂ ਪੈਸੇ ਨਾ ਭੇਜਿਆ ਕਰ, ਇੱਥੇ ਜਿਹੜੇ ਸੰਗਤ ਦੇ ਪੈਸੇ ਸੀ ਉਹ ਪਰਿਵਾਰਾਂ ਨੂੰ ਨਹੀਂ ਸੀ ਦਿੱਤੇ ਜਾਂਦੇ, ਉਹ ਵੀ ਜਥੇਬੰਦੀ ਦੇ ਪੈਸੇ ਸਮਝ ਕੇ ਤੇ ਉੱਥੋਂ ਜਿੰਨੇ ਮੁਲਾਕਾਤ ਲਈ ਆਉਂਦੇ ਸੀ ਉਹ ਸਾਰੇ ਪੈਸੇ ਬਾਬਾ ਸੰਤ ਜਰਨੈਲ ਸਿੰਘ ਨੂੰ ਆਉਂਦੇ ਸੀ। ਹੂੰ ਤੇ ਸੰਤਾਂ ਨੇ ਮਨਾ ਕਰ ਦਿੱਤਾ। ਤੇ ਬਾਬਾ ਠਾਰਾ ਸਿੰਘ ਵੀ ਉੱਥੇ ਸੀ। ਇਹ ਵੀ ਜਦੋਂ ਇਹਨਾਂ ਦੀਆਂ ਮੁਲਾਕਾਤਾਂ ਬਹੁਤ ਲੋਕ ਜਾਂਦੇ ਸੀ, ਇਹਨਾਂ ਜੀ। ਨੇ ਸੋਚਿਆ ਕਿ ਪੈਸੇ ਲਾਈਏ ਕਿੱਥੇ। ਤੇ ਹੂੰ ਉਸ ਜੇਲ੍ਹ ਦੇ ਵਿੱਚ ਜਿਹੜਾ ਗੁਰਦੁਆਰਾ ਸੀ ਉਹਦੀ ਹਾਲਤ ਥੋੜੀ ਖਸਤਾ ਸੀ। ਇਹਨਾਂ ਨੇ ਆਖਿਆ ਵੀ ਆਪਾਂ ਇਹ ਗੁਰਦੁਆਰੇ ਦੇ ਉੱਤੇ ਲਾ ਦਈਏ, ਇਹਦੀ ਰਿਪੇਅਰ ਕਰਵਾ ਦਈਏ, ਹੂੰ ਮੈਟ ਚੰਗੇ ਫਰਸ਼ ਬਣਾ ਦਈਏ। ਚਲੋ ਉੱਥੇ ਇਹਨਾਂ ਨੇ ਲਾ ਕੇ ਉਹ ਪੈਸੇ ਲਾਏ। ਅਕਸਰ ਉਹ ਵਿਹੜੇ ਦੇ ਵਿੱਚ ਜਦੋਂ ਵਿਚਰਦੇ ਸੀ ਉਹਨਾਂ ਨੂੰ ਹਿੰਦੂ ਵੀਰ ਵੀ ਮਿਲਦੇ ਸੀ। ਹੂੰ ਤੇ ਇੱਕ ਦਿਨ ਬੈਠੇ ਤੇ ਉਹ ਕਹਿੰਦੇ ਬਾਬਾ ਜੀ ਤੁਸੀਂ ਆਪਣਾ ਗੁਰਦੁਆਰਾ ਤਾਂ ਬਣਾਤਾ ਹੂੰ ਤੇ ਸਾਡੇ ਮੰਦਿਰ ਦੀ ਵੀ ਹਾਲਤ ਵੇਖੋ, ਤੇ ਜਿਹਦੇ ਵਿੱਚ ਅਸੀਂ ਆਪਦਾ ਰੱਬ ਰੱਬ ਕਰਨਾ ਹੈ ਤੇ ਸਾਡਾ ਕੌਣ ਸਵਾਰੂਗਾ। ਹੂੰ ਉਹ ਬਾਬਾ ਠਾਰਾ ਸਿੰਘ ਨੂੰ ਕਹਿਣ ਲੱਗੇ ਵੀ ਆਪਾਂ ਹੁਣ ਐ ਕਰੀਏ ਵੀ ਆਪਾਂ ਇਹਨਾਂ ਦੇ ਮੰਦਿਰ ਤੇ ਵੀ ਪੈਸੇ ਲਾਈਏ। ਹੂੰ ਉਹ ਭਾਈ ਸਾਹਿਬ ਜੀ ਉਹ ਅਜੇ ਵੀ ਜਾ ਕੇ ਵੇਖੋ, ਉੱਥੋਂ ਜਾ ਕੇ ਪੁੱਛੋ, ਉਹਨਾਂ ਨੇ ਉਹਨਾਂ ਦਾ ਮੰਦਿਰ ਵੀ ਪੈਸੇ ਲਾ ਕੇ ਸਾਫ਼ ਸਫਾਈ ਰਿਪੇਅਰ ਕਰਵਾ ਕੇ ਉਹਨਾਂ ਨੂੰ ਦਿੱਤਾ ਵੀ ਲਓ ਤੁਸੀਂ ਆਪਦਾ ਰੱਬ ਰੱਬ ਕਰੀ ਜਾਓ। ਗੁਰਦਾਸਪੁਰ ਜੇਲ੍ਹ 'ਚ। ਗੁਰਦਾਸਪੁਰ ਜੇਲ੍ਹ ਤੇ ਹੂੰ ਜਿਹੜੇ ਉਦੋਂ ਦੇ ਸੁਪਰਡੈਂਟ ਨੇ ਜਾਂ ਜਿਹੜੇ ਵੀ ਅਜੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਪੁੱਛ ਸਕਦੇ ਹੋ। ਹੂੰ ਤਾਂ ਮੈਂ ਆਖਰ 'ਚ ਕਹੂੰਗਾ ਕਿ ਕੋਈ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਨਵੀਂ ਪੀੜ੍ਹੀ ਨੂੰ, ਪੰਜਾਬ ਨੂੰ? ਨਵੀਂ ਪੀੜ੍ਹੀ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਐਜੂਕੇਟਡ ਬਣਾਓ, ਇਤਿਹਾਸ ਤੋਂ ਜਾਣੂ ਕਰਾਓ ਵੀ ਸਾਡੇ ਵੱਡਿਆਂ ਵਡੇਰਿਆਂ ਨੇ ਕੀ ਮਾਰਾਂ ਮਾਰੀਆਂ, ਅਸੀਂ ਆ ਵੇਸਲੇ ਹੋ ਕੇ ਕਿਤੇ ਫੇਰ ਨਾ ਨੁਕਸਾਨ ਕਰਵਾਈਏ। ਹਾਂਜੀ। ਤੇ ਜੀ। ਇਹ ਜਿਹੜੀ ਚਲੋ ਮੂਵਮੈਂਟ ਇਕੱਠੀ ਹੋ ਕੇ ਜਿਨ੍ਹਾਂ ਨੇ ਗੱਲ ਸੈਂਟਰ ਤੱਕ ਪਹੁੰਚਾਈ ਸੀ, ਉਹਨਾਂ ਨੂੰ ਇਹ ਨਹੀਂ ਸੀ ਵੀ ਅਸੀਂ ਜੰਗ ਲੜਨੀ ਪਹੁੰਚਾਈ ਆ, ਉਹਨਾਂ ਨੇ ਆਪਣਾ ਕੋਈ ਹੱਕਾਂ ਵਾਸਤੇ ਇਹ ਮੋਰਚਾ ਸ਼ੁਰੂ ਕੀਤਾ ਸੀ। ਹਾਂਜੀ। ਤੇ ਹੂੰ ਇਹ ਦਬਾਇਆ ਗਿਆ, ਧਮਕਾਇਆ ਗਿਆ, ਉਹ ਇਹਦੇ ਤੋਂ ਜਾਣੂ ਹੋ ਸਕਣ। ਇਤਿਹਾਸ ਜ਼ਰੂਰੀ ਹੈ, ਸਿੱਖ ਇਤਿਹਾਸ ਨੂੰ ਪੜ੍ਹਾਉਣਾ ਸਿੱਖਾਂ ਵਾਸਤੇ ਬਹੁਤ ਜ਼ਰੂਰੀ। ਜੀ। ਜਿਹੜੇ ਸਾਨੂੰ ਅੱਤਵਾਦੀ ਕਰਾਰ ਦਿੰਦੇ ਆ ਉਹ ਐ ਸੀ, ਇਹੋ ਜਿਹੀ ਕੋਈ ਗੱਲ ਨਹੀਂ ਸੀ ਹੂੰ ਜੀ। ਇਹ ਤਾਂ ਪ੍ਰਾਪੋਗੰਡੇ ਇੱਕ ਇਹ ਸਾਜ਼ਿਸ਼ ਆ ਵੀ ਜੀ ਇਹਨਾਂ ਨੂੰ ਬਦਨਾਮ ਕਿਵੇਂ ਕੀਤਾ ਜਾਵੇ। ਆ ਜਿਹੜਾ ਹੁਣ ਪੰਜਾਬ ਦਾ ਮੋਰਚਾ ਲੱਗਾ ਤੁਹਾਡੇ ਸਾਹਮਣੇ ਹੀ ਆ। ਜੀ ਜੀ। ਉਹਨਾਂ ਨੂੰ ਤਾਂ ਕਹਿੰਦੇ ਸੀ ਗੋਲੀਆਂ ਚਲਾਉਂਦੇ ਆ, ਇਹ ਅੱਤਵਾਦੀ ਆ, ਤੇ ਉੱਥੇ ਕੀ ਹੁੰਦਾ? ਹੂੰ ਕਿਉਂਕਿ ਹਰ ਵੋਟਰ ਦਾ, ਹਰ ਇਨਸਾਨ ਦਾ ਹੱਕ ਹੈ ਵੀ ਆਪਦੇ ਹੱਕ ਮੰਨਣੇ ਮੰਗਣੇ। ਤੇ ਜੇ ਹੂੰ ਅੱਗੋਂ ਉਹ ਗੱਲ ਹੀ ਨਹੀਂ ਸੁਣਨਗੇ ਤੁਹਾਡੀ ਤੇ ਤੁਹਾਡਾ ਮਨ ਕੀ ਸੋਚੇਗਾ ਹੂੰ ਵੀ ਅਸੀਂ ਆਪਦੇ ਮੁਲਕ ਦੇ ਵਿੱਚ ਰਹਿ ਕੇ ਆਪਦੀ ਹੱਕ ਦੀ ਗੱਲ ਨਹੀਂ ਕਰ ਸਕਦੇ। ਹੂੰ ਇਹ ਸਾਨੂੰ ਦਬਕਾਉਂਦੇ ਧਮਕਾਉਂਦੇ ਤੇ ਜਿੱਥੋਂ ਤੱਕ ਫਿਰ ਉਹ ਗੱਲਾਂ ਜਿਹੜੀਆਂ ਦੂਰ ਤੱਕ ਪਹੁੰਚ ਜਾਂਦੀਆਂ। ਜੀ। ਤਾਂ ਇਤਿਹਾਸ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ, ਇਤਿਹਾਸ ਨਾਲ ਜੁੜਨਾ ਚਾਹੀਦਾ। ਹੋਣਾ ਚਾਹੀਦਾ। ਗੁਰੂ ਮਹਾਰਾਜ ਦੇ
ਦਿੱਤੇ ਹੋਏ ਰੂਲ ਕਾਨੂੰਨ ਸਾਨੂੰ ਅਪਣਾਉਣੇ ਚਾਹੀਦੇ ਆ, ਹੂੰ ਕਿਉਂਕਿ ਭੈ ਕਾਹੂ ਕੋ ਦੇਤ ਨਹੀਂ ਨਾ ਭੈ ਮਾਨ ਧਿਆਨ। ਹੂੰ ਹਾਂਜੀ, ਅਸੀਂ ਕਿਸੇ ਨੂੰ ਭੈ ਨਹੀਂ ਦੇਣਾ, ਤੇ ਪਰ ਕਿਸੇ ਦੀ ਭੈ ਨੂੰ ਸਾਡੇ ਮੰਨਣਾ ਵੀ ਨਹੀਂ ਚਾਹੀਦਾ। ਹੂੰ। ਧੰਨਵਾਦ ਬੀਬੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਤੁਹਾਡਾ ਵੀ ਧੰਨਵਾਦ ਵੀਰੇ, ਤੁਸੀਂ ਰਾਤ ਵੀ ਸਾਨੂੰ ਉਡੀਕਦੇ ਰਹੇ ਹੈ। ਹੂੰ। ਚਲੋ ਚੰਗਾ ਭਾਈ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਬੀਬੀ ਹਰਮੀਤ ਕੌਰ ਜੀ, ਭਾਈ ਅਮਰੀਕ ਸਿੰਘ ਜੀ ਦੇ ਪਤਨੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੂਰਾ ਉਹ ਦੌਰ ਰਿਹਾ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜੀਵਨ ਸੰਘਰਸ਼ਮਈ ਰਿਹਾ। ਪਰ ਉਹਨਾਂ ਦਾ ਇਹੀ ਕਹਿਣਾ ਕਿ ਸਾਨੂੰ ਸਭ ਨੂੰ ਇਤਿਹਾਸ ਨਾਲ ਜੁੜਨ ਦੀ ਲੋੜ ਆ, ਗੁਰੂ ਦੀਆਂ ਸਿੱਖਿਆਵਾਂ ਨਾਲ ਜੁੜਨ ਦੀ ਲੋੜ ਹੈ।